ਕਿਸੇ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਉਸ ਔਰਤ ਨੂੰ 1 ਮਹੀਨੇ ਦੀ ਬਾਹਰ ਬੈਠੀ ਹੈ, ਤੁਹਾਨੂੰ ਉਹਦੇ ਤੇ ਰਹਿਮ ਨਹੀਂ ਆਇਆ, ਤੁਹਾਨੂੰ ਇਹ ਖਿਆਲ ਨਹੀਂ ਆਇਆ ਕਿ ਉਸ ਔਰਤ ਨੂੰ ਜ਼ਲੀਲ ਕੀਤਾ ਜਾ ਰਿਹਾ। ਹੁਣ ਗੱਲ ਪਹੁੰਚੀ ਕਿੱਥੇ ਹੈ? ਨਵੀਂ ਕੋਈ ਡਿਵੈਲਪਮੈਂਟ ਆਈ ਹੈ ਕਿ ਕਿੱਥੇ ਕਿਹੜੇ ਕੇਸ ਪਹੁੰਚਿਆ ਹੋਇਆ? ਇਸ ਲੇਡੀ ਨੇ ਇੱਕ ਕੰਪਲੇਂਟ ਕੋਰਟ ਦੇ ਵਿੱਚ ACGM ਸਾਹਿਬ ਦੀ ਕੋਰਟ ਦੇ ਵਿੱਚ ਪਾਈ ਹੈ ਕਿ ਜਿਹੜੀ ਇਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਹਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਜਿਸ ਤਰੀਕੇ ਦੇ ਨਾਲ ਰਿਪੋਰਟ ਮੰਗੀ ਗਈ ਹੈ ਕਿ ਵਾਕਈ ਹੁਣ ਲੱਗਦਾ ਹੈ ਕਿ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਹੋ ਜੂਗੀ, ਕਿਉਂਕਿ ਜੇ ਤੁਹਾਡੀ ਮੈਂ ਗੱਲ ਮੰਨਾਂ ਤਾਂ ਕਾਰਵਾਈ ਤਾਂ ਪੁਲਿਸ ਦੇ ਵੱਲੋਂ ਔਰਤ ਦੀ ਐਪਲੀਕੇਸ਼ਨ ਤੇ ਕੀਤੀ ਨਹੀਂ ਗਈ, ਤਾਂ ਫਿਰ ਕਾਰਵਾਈ ਉਹਨਾਂ ਤੇ ਬਣਦੀ ਹੈ। ਬਿਲਕੁਲ ਬਣਦੀ ਹੈ। ਉਹਨਾਂ ਨੇ ਸਰਕਮਸਟੈਂਸਸ ਜਿਹੜੇ ਉਹਦੀਆਂ ਰਿਪੀਟਡ ਕੰਪਲੇਂਟਸ ਗਈਆਂ, ਰਿਪੀਟਡ SMS ਮੈਸੇजेस ਗਏ, ਰਿਪੀਟਡ ਈਮੇਲਸ ਗਈਆਂ, 4 ਮਹੀਨਿਆਂ 'ਚ ਕੁਛ ਨਹੀਂ ਕੀਤਾ। ਕੇਸ ਤਾਂ ਪ੍ਰੂਵਡ ਹੈ ਪੁਲਿਸ ਦੇ ਅਗੇਂਸਟ। ਤੱਕ ਇੱਥੇ ਪਹੁੰਚ ਗਈ ਹੈ, ਜਾਂ ਤਾਂ ਫਿਰ ਬੈਂਸ ਤੇ ਮਾਮਲਾ ਦਰਜ ਹੋਊ ਜਾਂ ਫਿਰ ਪੁਲਿਸ ਅਧਿਕਾਰੀਆਂ ਤੇ। ਹਾਂ ਪੁਲਿਸ ਅਧਿਕਾਰੀਆਂ ਤੋਂ ਬਚ ਨਹੀਂ ਸਕਦੇ ਪੁਲਿਸ ਵਾਲੇ। ਡਿਪਟੀ ਕਮਿਸ਼ਨਰ ਲੈਵਲ ਦਾ ਬੰਦਾ ਹੋਵੇ, 2 SP ਲੈਵਲ ਦੇ ਬੰਦੇ ਹੋਣ, 1 SHO ਲੈਵਲ ਦਾ ਬੰਦਾ ਹੋਵੇ, ਉਹਨਾਂ ਨੂੰ ਕੋਰਟ ਨੇ ਲਿਖਤੀ ਮੰਗਿਆ ਕਿ ਤੁਸੀਂ ਰਿਪੋਰਟ ਦਿਓ ਕਿ ਤੁਸੀਂ ਇਹਦੇ ਵਿੱਚ ਕਾਰਵਾਈ ਕਿਉਂ ਨਹੀਂ ਕੀਤੀ। ਬਿਲਕੁਲ ਪੁਲਿਸ ਆਫੀਸਰ ਜਿਹੜਾ ਉਸ ਮੌਕੇ ਦਾ ਅਧਿਕਾਰੀ ਹੈ ਉਹ ਨਹੀਂ ਰਜਿਸਟਰ ਕਰਦਾ ਤਾਂ ਉਹਨੂੰ 2 ਸਾਲ ਦੀ ਸਜ਼ਾ ਹੋ ਸਕਦੀ ਹੈ। ਮਤਲਬ ਇਹਨਾਂ ਦਾ ਇਹ ਕਹਿਣਾ ਕੱਲ ਨੂੰ ਕਿ ਸਾਨੂੰ ਪਤਾ ਨਹੀਂ ਸੀ, ਅਸੀਂ ਪੁੱਛ ਨਹੀਂ ਸਕੇ, ਇਹ ਕਹਿ ਨਹੀਂ ਸਕਣਗੇ। ਇਹਨਾਂ ਕੋਲ ਕੋਈ ਡਿਫੈਂਸ ਨਹੀਂ ਹੋ ਸਕਦਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ 2022 ਦੀਆਂ ਜਿਹੜੀਆਂ ਚੋਣਾਂ ਨੇ, ਤੁਸੀਂ ਪਹਿਲਾਂ ਕਹਿ ਚੁੱਕੇ ਆ ਕਿ ਸ਼ਾਇਦ ਕਾਂਗਰਸ ਦੇ ਨਾਲ ਰਲ ਕੇ ਬੈਂਸ ਬ੍ਰਦਰ ਲੜ ਸਕਦੀ ਹੈ, ਕਿ ਇਸੇ ਕਾਰਨ ਹੀ ਬਚਾਇਆ ਜਾ ਰਿਹਾ। ਉਹ ਤਾਂ ਕਾਰਨ ਹੀ ਕੋਈ ਨਹੀਂ, ਕਾਰਨ ਹੀ ਹੈ। ਪਿਛਲੇ 4 ਮਹੀਨਿਆਂ ਤੋਂ ਲੁਧਿਆਣਾ ਦੀ ਇੱਕ ਔਰਤ ਦੇ ਵੱਲੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਗੰਭੀਰ ਇਲਜ਼ਾਮ ਲਗਾਏ ਗਏ ਸੀ। ਉਸ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਕੁਝ ਕੰਮਾਂ ਦਾ ਲਾਲਚ ਦੇ ਕੇ ਮੇਰੇ ਨਾਲ ਰੇਪ ਕੀਤਾ ਗਿਆ। ਪਿਛਲੇ 4 ਮਹੀਨਿਆਂ ਤੋਂ ਲੜਾਈ ਲੜ ਰਹੀ ਹੈ, ਪਰ ਪੁਲਿਸ ਦੇ ਵੱਲੋਂ ਹਾਲੇ ਤੱਕ ਵੀ ਕੋਈ ਕਾਰਵਾਈ ਸਿਮਰਜੀਤ ਸਿੰਘ ਬੈਂਸ ਦੇ ਉੱਪਰ ਨਹੀਂ ਕੀਤੀ ਗਈ। ਇਲਜ਼ਾਮ ਤਾਂ ਇਹ ਵੀ ਲੱਗਦੇ ਨੇ ਕਿ ਲੋਕਲ ਵਿਧਾਇਕ ਨੇ ਇੱਕ ਲੁਧਿਆਣੇ ਤੋਂ ਉਹ ਸਿਮਰਜੀਤ ਸਿੰਘ ਬੈਂਸ ਦੀ ਮਦਦ ਕਰ ਰਹੇ ਨੇ। ਸਾਡੇ ਨਾਲ ਮੌਜੂਦ ਨੇ ਹਰੀਸ਼ ਰਾਏ ਟਾਂਡਾ ਜੀ, ਐਡਵੋਕੇਟ ਸਾਹਿਬ, ਜੋ ਇਸ ਵਕਤ ਜਿਹੜੇ ਉਸ ਔਰਤ ਦੀ ਕਾਫੀ ਜ਼ਿਆਦਾ ਹੈਲਪ ਵੀ ਕਰ ਰਹੇ ਨੇ ਤੇ ਉਹਨੂੰ ਗਾਈਡ ਵੀ ਕਰ ਰਹੇ ਨੇ ਕਿਸ ਤਰੀਕੇ ਦੇ ਨਾਲ। ਉਹਨਾਂ ਤੋਂ ਪੁੱਛਦੇ ਆ ਕਿ ਆਖਿਰ ਗੱਲ ਕੀ ਹੈ ਕਿ ਜਿਹੜੀ ਕਾਰਵਾਈ ਬੈਂਸਾਂ ਦੇ ਉੱਪਰ ਨਹੀਂ ਹੋ ਰਹੀ, ਤਾਂ ਹੁਣ ਉਹਨਾਂ ਦੇ ਵੱਲੋਂ ਕੀ ਅਗਲਾ ਐਕਸ਼ਨ ਕੀਤਾ ਜਾ ਰਿਹਾ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਟਾਂਡਾ ਸਾਹਿਬ, ਸਵਾਗਤ ਹੈ ਜਨਰਲ ਲੋਕਾਂ ਦਾ। ਧੰਨਵਾਦ ਸਰ। ਟਾਂਡਾ ਸਾਹਿਬ, ਪਿਛਲੇ ਕਈ ਦਿਨਾਂ ਤੋਂ ਤੁਸੀਂ ਲੜਾਈ ਲੜ ਰਹੇ ਹੋ, ਵੱਖ-ਵੱਖ ਚੈਨਲਸ ਤੇ ਇੰਟਰਵਿਊ ਦੇਖਦੇ ਰਹਿੰਦੇ ਆ। ਮੈਂ ਵੀ 2-3 ਵਾਰੀ ਤੁਹਾਡੀ ਇੰਟਰਵਿਊ ਕਰਕੇ ਗਿਆ। ਹੁਣ ਗੱਲ ਪਹੁੰਚੀ ਕਿੱਥੇ ਹੈ? ਨਵੀਂ ਕੋਈ ਡਿਵੈਲਪਮੈਂਟ ਆਈ ਹੈ ਕਿ ਕਿੱਥੇ ਕੇਸ ਪਹੁੰਚਿਆ ਹੋਇਆ? ਪੁਲਿਸ ਵੱਲੋਂ ਤਾਂ ਉੱਥੇ ਦੀ ਉੱਥੇ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੇ ਗੂੰਗੇ ਬੋਲੇ ਹੋਏ ਹੈ। ਬੜੀ ਅਜੀਬ ਜੀ ਸਥਿਤੀ ਹੈ। ਸਟੇਟ ਦਾ ਇਹੋ ਜਿਹਾ ਬਿਹੇਵੀਅਰ ਹੋਣਾ ਅਨਫੋਰਚੂਨੇਟ ਹੈ। ਐਂਡ ਇਹੋ ਜਿਹੇ ਬਿਹੇਵੀਅਰ ਦੇ ਵਿੱਚ ਵਿਕਟਮ ਕੀ ਕਰੇ, ਉਹਦੇ ਲਈ ਬੇਬਸੀ ਬਹੁਤ ਬੜੀ ਹੈ। ਬਿਲਕੁਲ। ਐਂਡ ਬੇਬਸੀ ਦਾ ਜਿਹੜਾ ਆਲਮ ਹੁੰਦਾ ਹੈ, ਇਹ ਸੁਸਾਇਟੀ ਲਈ ਬਹੁਤ ਅੱਛਾ ਨਹੀਂ ਹੁੰਦਾ। ਇਹ ਤਾਂ ਚਲੋ ਇੱਕ ਵਿਕਟਮ ਹੈ, ਪਤਾ ਨਹੀਂ ਕਿੰਨੇ ਇਹੋ ਜਿਹੇ ਬੇਬਸ ਹੋਣੇ ਆ। ਬਿਲਕੁਲ। ਇਹ ਜਦ ਆਮ ਸਧਾਰਨ ਲੋਕਾਂ ਨੂੰ ਮੰਗਿਆਂ ਤੇ ਉਹਨਾਂ ਦਾ ਬਣਦਾ ਹੱਕ ਕਾਨੂੰਨੀ ਕਾਰਵਾਈ ਦਾ ਨਹੀਂ ਮਿਲਦਾ, ਜਿਹਦੇ ਤੇ ਟਕਾ ਨਹੀਂ ਲੱਗਣਾ, ਤੁਸੀਂ ਅੰਦਾਜ਼ਾ ਲਾਓ ਤੇ ਜਿਹੜੇ ਹੋਰ ਹੱਕ ਹੋਣੇ ਆ ਲੋਕਾਂ ਦੇ, ਉਹ ਕਿੰਨੇ ਜ਼ਿਆਦਾ ਲੋਕ ਵਾਂਝੇ ਰਹਿੰਦੇ ਹੋਣੇ ਆ। ਬਿਲਕੁਲ। ਇਹ ਦਰਸਾਉਂਦਾ ਹੈ ਮੌਕੇ ਦੀ ਹਕੂਮਤ ਹੈ ਜਿਹੜੀ, ਉਹ ਕਿੰਨੀ ਜ਼ਿਆਦਾ ਖੋਖਲੀ ਹੋ ਚੁੱਕੀ ਹੈ। ਐਂਡ ਇਹਦੇ ਵਿੱਚ ਖੌਫ ਨਹੀਂ ਹੈ। ਖੌਫ ਕਈ ਕਿਸਮ ਦਾ ਹੁੰਦਾ ਹੈ। ਇੱਕ ਖੌਫ ਹੁੰਦਾ ਹੈ ਉਹਨਾਂ ਨੂੰ ਆਪਣੀ ਕੌਨਸ਼ੀਅਸ ਤੋਂ ਖੌਫ ਹੁੰਦਾ ਹੈ ਕਿ ਮੈਂ ਜਿਹੜਾ ਮੇਰਾ ਧਰਮ ਬਣਦਾ ਕਰਨਾ ਮੈਂ ਨਹੀਂ ਕਰ ਰਿਹਾ। ਮੈਂ ਸਮਝਦਾ ਜਿਹੜੀ ਲੁਧਿਆਣੇ ਦੀ ਪੁਲਿਸ ਹੈ ਉਹ ਬੇਬਸ ਹੈ, ਉਹਨਾਂ ਦੇ ਬਸ 'ਚ ਨਹੀਂ ਹੈ। ਉਹਨਾਂ ਨੂੰ ਡਾਇਰੈਕਸ਼ਨ DGP ਦੀ ਹੈ, ਕਿਉਂਕਿ 4 ਮਹੀਨੇ ਇੰਨੀ ਐਜੀਟੇਸ਼ਨ, ਇੰਨਾ ਪ੍ਰੋਟੈਸਟ, ਇੰਨਾ ਪ੍ਰੈਸ਼ਰ ਦੇ ਬਾਵਜੂਦ ਵੀ ਹਰਕਤ 'ਚ ਨਾ ਆਉਣਾ ਮੀਨਸ ਕਿ ਇਹਨਾਂ ਦੇ ਆਪਣੇ ਬਸ 'ਚ ਨਹੀਂ। ਜੇ ਸਿਸਟਮ ਟੌਪ ਤੋਂ ਰੌਟ ਸ਼ੁਰੂ ਹੋਇਆ, ਟੌਪ ਤੋਂ ਨੀਚੇ ਨੂੰ ਇਹ ਸਿਸਟਮ ਨੂੰ ਖਤਮ ਕੀਤਾ ਜਾ ਰਿਹਾ ਹੈ, ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਕਿੰਨਾ ਕਮਜ਼ੋਰ ਸਿਸਟਮ ਹੈ। ਐਂਡ DGP ਹੈ ਉਹ ਵੀ ਬੇਬਸ ਹੈ, ਕਿਉਂਕਿ DGP ਦਾ ਪਰਸਨਲ ਇੰਟਰਸਟ ਤਾਂ ਕੋਈ ਹੈ ਨਹੀਂ। ਜੇ DGP ਦੀਆਂ ਡਾਇਰੈਕਸ਼ਨਸ ਦੇ ਉੱਤੇ ਪੁਲਿਸ ਨਹੀਂ ਕਰ ਰਹੀ, ਇਟ ਮੀਨਸ ਕਿੱਡਾ ਵੱਡੇ ਲੈਵਲ ਤੇ ਪੋਲੀਟੀਕਲ ਪ੍ਰੈਸ਼ਰ ਹੈ। ਐਂਡ ਠੀਕ ਹੈ, ਲੋਕਲ ਵਿਧਾਇਕ ਆਸ਼ੂ ਇਹਨਾਂ ਦਾ ਸਾਥੀ ਹੈ, ਉਹ ਵੀ ਇਹਨਾਂ ਦੀ ਮਦਦ ਕਰਦਾ ਸੀ, ਪਰ ਆਸ਼ੂ ਵੀ ਐਡਾ ਜ਼ੋਰਾਵਰ ਨਹੀਂ ਹੈ ਕਿ ਉਹ ਇਸ ਹੱਦ ਤੱਕ ਕਾਨੂੰਨ ਦੀ ਮਦਦ ਨਾ ਦੇਣ ਦੇ ਵਿੱਚ ਕਾਮਯਾਬ ਹੋ ਸਕਦਾ ਹੈ। ਮੈਂ ਸਮਝਦਾ ਈਵਨ ਚੀਫ ਮਿਨਿਸਟਰ ਵੀ ਨਹੀਂ ਹੋ ਸਕਦਾ। ਇਹਦੇ ਤੋਂ ਅੰਦਾਜ਼ਾ ਲਾਓ ਕਿ ਕਿੰਨਾ ਜ਼ਿਆਦਾ ਐਡਮੈਂਟ ਹੈ ਗਵਰਨਮੈਂਟ ਕਿ ਅਸੀਂ ਨਹੀਂ ਕਰਨਾ, ਅਸੀਂ ਇਹਨੂੰ ਬਚਾਉਣਾ ਹੈ।
ਛੋਟੇ ਜਿਹੇ ਪੋਲੀਟੀਕਲ ਲਾਭ ਲਈ ਕਿ 2-3 ਸੀਟਾਂ ਸ਼ਾਇਦ ਕਾਂਗਰਸ ਦੀਆਂ ਆਉਣ ਵਾਲੇ ਸਮੇਂ 'ਚ ਵੱਧ ਜਾਣਗੀਆਂ, ਨਾਲ ਰਹਿ ਜਾਣਗੇ। ਤੇ ਬੜੀ ਘਰੌਣੀ ਸਿਚੁਏਸ਼ਨ ਹੈ। ਮੈਂ ਇਹਨੂੰ ਕਹੂੰਗਾ ਕਿ ਬੜੀ ਇੰਨੀ ਅਗਲੀ ਹੈ ਕਿ ਇਹ ਸਿਚੁਏਸ਼ਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਵਿਦਰੋਹ ਉੱਠਣ ਵਾਲਾ ਹੈ ਇਸ ਮੁਲਕ ਦੇ ਵਿੱਚ, ਇਹੋ ਜਿਹੀ ਸਿਚੁਏਸ਼ਨ ਹੈ। ਹੁਣ ਨਵੀਂ ਡਿਵੈਲਪਮੈਂਟ ਇਹਦੇ ਵਿੱਚ ਕੋਈ ਹੈ ਕੀ ਲੱਗਦਾ ਹੈ ਕਿ ਹੁਣ ਇਹਦੇ ਵਿੱਚ ਕੀ ਹੋਊਗਾ? ਦੇਖੋ, ਹਰ ਐਵੀਨਿਊ ਐਕਸਪੀਰੀਅੰਸ ਕਰ ਲਿਆ ਗਿਆ। ਉਹਨੇ ਕੰਪਲੇਂਟ ਦਿੱਤੀ, ਰਿਪੀਟਡ ਰਿਮਾਈਂਡਰਸ ਦਿੱਤੇ, ਉਹਨੇ ਇਸ ਹੱਦ ਤੱਕ ਵੀ ਦੱਸਿਆ ਕਿ ਤੁਸੀਂ ਐਵੀਡੈਂਸ ਨਹੀਂ ਕਲੈਕਟ ਕਰ ਰਹੇ, ਕਲੈਕਟ ਕਰੋ। ਇੱਥੇ ਵੀ ਕਰ ਲਿਆ, ਫਿਰ ਉਹਨੇ ਪ੍ਰੋਟੈਸਟ ਵੀ ਕਰ ਲਿਆ। 1 ਮਹੀਨੇ ਦੀ ਉਹ ਸਿਟ ਇਨ ਪ੍ਰੋਟੈਸਟ 'ਚ ਬੈਠੀ ਹੈ। ਅਸੀਂ ਨਾਅਰੇਬਾਜ਼ੀ ਕਰ ਲਈ, ਰੌਲੇ ਪਾ ਲਏ, ਕਮਿਸ਼ਨਰ ਨੂੰ ਮੈਂ ਮਿਲ ਲਿਆ, ਡਿਪਟੀ ਕਮਿਸ਼ਨਰ ਨੂੰ ਮੈਂ ਮਿਲ ਲਿਆ, DGP ਨੂੰ ਮੈਂ ਮਿਲਿਆ, ਐਂਡ ਕੋਰਟ ਦੇ ਵਿੱਚ 24 ਅਪ੍ਰੈਲ ਲਈ ਪੈਂਡਿੰਗ ਹੈ। ਉੱਥੇ ਠੀਕ ਹੈ, ਡੇਟ ਲੈ ਲੈਣਗੇ, ਵੋਟ ਡਿਲੇ ਕਰ ਲੈਣਗੇ, ਐਂਡ ਉਹਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕਰ ਲਈ, ਉਹ ਨਹੀਂ ਹੋਈ। ਹੁਣ ਆਖਰਕਾਰ ਬੜਾ ਇੱਕ ਇੰਟਰਸਟਿੰਗ ਦੌਰ ਹੈ ਕਿ ਇਸ ਲੇਡੀ ਨੇ ਇੱਕ ਕੰਪਲੇਂਟ ਕੋਰਟ ਦੇ ਵਿੱਚ, ACGM ਸਾਹਿਬ ਦੀ ਕੋਰਟ ਦੇ ਵਿੱਚ ਪਾਈ ਹੈ ਕਿ ਜਿਹੜੀ ਇਹ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ, ਇਹਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਹੁਣ ਗੱਲ ਪਹੁੰਚੀ ਕਿੱਥੇ ਹੈ? ਨਵੀਂ ਕੋਈ ਡਿਵੈਲਪਮੈਂਟ ਆਈ ਹੈ ਕਿ ਕਿੱਥੇ ਕਿਹੜੇ ਕੇਸ ਪਹੁੰਚਿਆ ਹੋਇਆ? ਅਬ ਉਹਦੇ ਉੱਤੇ ਕੋਈ ਵੀ ਅਤਿਆਚਾਰ ਹੋਇਆ ਹੋਵੇ, ਉਹ ਸੈਕਸ਼ਨਸ ਪ੍ਰੋਵਾਈਡ ਕੀਤੇ ਜਿਹਦੇ ਵਿੱਚ 376 ਵਿੱਚ ਹੈ ਜੀ, ਤੇ ਉਹਦਾ ਜੇ ਪੁਲਿਸ ਕਰਮੀ ਜਾਂ ਪੁਲਿਸ ਆਫੀਸਰ ਜਿਹੜਾ ਉਸ ਮੌਕੇ ਦਾ ਅਧਿਕਾਰੀ ਹੈ, ਉਹ ਨਹੀਂ ਰਜਿਸਟਰ ਕਰਦਾ ਤਾਂ ਉਹਨੂੰ 2 ਸਾਲ ਦੀ ਸਜ਼ਾ ਹੋ ਸਕਦੀ ਹੈ। ਪੁਲਿਸ ਅਧਿਕਾਰੀ ਨੂੰ ਕੋਈ ਐਕਸ਼ਨ ਨਹੀਂ ਲੈਂਦਾ। ਪਲੱਸ ਪੁਲਿਸ ਅਧਿਕਾਰੀਆਂ ਨੇ ਜਿੰਨਾ ਐਵੀਡੈਂਸ ਸੀ ਉਹ ਡਿਸਟਰੋਏ ਕਰਨ 'ਚ ਮੁਲਜ਼ਮ ਦੀ ਮਦਦ ਕੀਤੀ, ਇਹਨਾਂ ਨੇ ਕਲੈਕਟ ਨਹੀਂ ਕੀਤਾ। ਜਿਹੜੇ CCTV ਹੋਵੇ ਜਾਂ ਕੋਈ ਡੇਟਾ ਹੋਵੇ, ਟੈਲੀਫੋਨ ਸੈਟਸ ਲੈਣੇ ਹੋਣ, ਫਿਰ ਉੱਥੇ ਦੇ ਜਿਹੜਾ ਮੌਕਾ ਹੈ ਵਾਰਦਾਤ ਦਾ ਉਹਨੂੰ ਮਹਿਫੂਜ਼ ਰੱਖਣਾ ਹੋਵੇ, ਉਹਨੂੰ ਐਗਜ਼ਾਮਿਨ ਕਰਨਾ ਹੋਵੇ, ਉਹਦੇ ਫੀਚਰਸ ਚੇਂਜ ਨਾ ਹੋ ਜਾਣ, ਆਈਡੈਂਟੀਫਾਈ ਕਰਨੇ ਹੋਣ, ਕਾਲ ਡਿਟੇਲਸ ਇਕੱਠੀਆਂ ਕਰਨੀਆਂ ਹੋਣ, ਫਿਰ ਉਹਦਾ 164 ਦਾ ਬਿਆਨ ਕਰਾਉਣਾ ਹੋਵੇ, ਉਹਦਾ ਮੈਡੀਕਲ ਕਰਾਉਣਾ ਹੋਵੇ, ਨਾਰਕੋ ਐਨਾਲਿਸਿਸ ਟੈਸਟ ਕਰਾਉਣਾ ਹੋਵੇ, ਇਹ ਸਾਰੀਆਂ ਚੀਜ਼ਾਂ ਨਾ ਇਕੱਠੀਆਂ ਕਰਕੇ ਪੁਲਿਸ ਨੇ ਇੱਕ ਢੰਗ ਦੇ ਨਾਲ ਐਵੀਡੈਂਸ ਡਿਸਟਰੋਏ ਹੋਣ ਦੇ ਵਿੱਚ ਹਿੱਸੇਦਾਰੀ ਪਾਈ ਹੈ। ਉਦੋਂ ਲੈ ਕੇ ਇਹਨੇ ਇੱਕ ਕੰਪਲੇਂਟ ਦਿੱਤੀ ਹੈ ਕੋਰਟ 'ਚ ਕਿ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ, ਡਾਇਰੈਕਸ਼ਨ ਦਿੱਤੀ ਜਾਵੇ SHO ਡਿਵੀਜ਼ਨ ਨੰਬਰ 5 ਨੂੰ ਤੇ ਕਮਿਸ਼ਨਰ ਪੁਲਿਸ ਨੂੰ ਕਿ ਉਹਨਾਂ ਤੇ ਕੇਸ ਰਜਿਸਟਰ ਕਰੇ। ਤੇ ਕੋਰਟ ਨੇ ਬਹਿਸ ਸੁਣ ਕੇ ਰਿਪੋਰਟ ਮੰਗਵਾ ਲਈ ਹੈ 19 ਤਰੀਕ ਨੂੰ ਪੁਲਿਸ ਤੋਂ। ਅੱਛਾ, ਕੱਲ ਆਰਡਰ ਹੋਏ ਸੀ, ਅੱਜ ਮੈਨੂੰ ਲੱਗਦਾ ਸ਼ਾਇਦ ਇਹਨਾਂ ਨੂੰ ਨੋਟਿਸ ਗਿਆ ਹੋਊਗਾ ਜਾਂ ਚਲੇ ਜਾਊਗਾ ਡਿਊ ਪ੍ਰੋਸੈਸ 'ਚ। ਇਹ ਵੀ ਪੁਲਿਸ ਦੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈ ਕਿ ਇਸ ਕਿਸਮ ਦੀ ਕੰਪਲੇਂਟ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤੇ ਹੋਵੇ, ਜਿਹਦੇ 'ਚ ਇੱਕ ਡਿਪਟੀ ਕਮਿਸ਼ਨਰ ਲੈਵਲ ਦਾ ਬੰਦਾ ਹੋਵੇ, 2 SP ਲੈਵਲ ਦੇ ਬੰਦੇ ਹੋਣ, ਇੱਕ SHO ਲੈਵਲ ਦਾ ਬੰਦਾ ਹੋਵੇ। ਉਹਨਾਂ ਨੂੰ ਕੋਰਟ ਨੇ ਲਿਖਤੀ ਮੰਗਿਆ ਕਿ ਤੁਸੀਂ ਰਿਪੋਰਟ ਦਿਓ ਕਿ ਤੁਸੀਂ ਇਹਦੇ ਵਿੱਚ ਕਾਰਵਾਈ ਕਿਉਂ ਨਹੀਂ ਕੀਤੀ। ਬਿਲਕੁਲ। ਸੋ ਇਹ ਵੀ ਇੱਕ ਬੜਾ ਜੇ ਕੀ ਤੁਹਾਡਾ ਸਾਹਿਬ ਕੀ ਲੱਗਦਾ ਹੈ, ਕਿਉਂਕਿ ਉਹਨਾਂ ਨੇ ਰਿਪੋਰਟ ਮੰਗਵਾ ਲਈ ਹੈ, ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਤੁਹਾਡੀ ਮੈਂ ਗੱਲ ਮੰਨ ਲਵਾਂ, ਲੇਡੀ ਦੀ ਗੱਲ ਮੰਨ ਲਈਏ, ਤਾਂ ਐਕਸ਼ਨ ਨਹੀਂ ਪੁਲਿਸ ਨੇ ਕੀਤਾ ਜਿਸ ਤਰੀਕੇ ਦੇ ਨਾਲ ਰਿਪੋਰਟ ਮੰਗੀ ਗਈ ਹੈ, ਕਿ ਵਾਕਈ ਹੁਣ ਲੱਗਦਾ ਹੈ ਕਿ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਹੋ ਜਾਊਗੀ? ਕਿਉਂਕਿ ਜੇ ਤੁਹਾਡੀ ਮੈਂ ਗੱਲ ਮੰਨਾਂ ਤਾਂ ਕਾਰਵਾਈ ਤਾਂ ਪੁਲਿਸ ਦੇ ਵੱਲੋਂ ਔਰਤ ਦੀ ਐਪਲੀਕੇਸ਼ਨ ਤੇ ਕੀਤੀ ਨਹੀਂ ਗਈ, ਤਾਂ ਫਿਰ ਕਾਰਵਾਈ ਉਹਨਾਂ ਤੇ ਬਣਦੀ ਹੈ। ਬਿਲਕੁਲ ਬਣਦੀ ਹੈ। ਉਹਨਾਂ ਨੇ ਸਰਕਮਸਟੈਂਸਿਸ ਹੈ ਜਿਹੜੇ, ਉਹਦੀਆਂ ਰਿਪੀਟਡ ਕੰਪਲੇਂਟਸ ਗਈਆਂ, ਰਿਪੀਟਡ SMS ਮੈਸੇजेस ਗਏ, ਰਿਪੀਟਡ ਈਮੇਲਸ ਗਈਆਂ, 4 ਮਹੀਨਿਆਂ 'ਚ ਕੁਛ ਨਹੀਂ ਕੀਤਾ। ਕੇਸ ਤਾਂ ਪ੍ਰੂਵਡ ਹੈ ਪੁਲਿਸ ਦੇ ਅਗੇਂਸਟ, ਪ੍ਰੂਵਡ ਹੈ। ਉਹਨਾਂ ਨੇ ਸੈਟਲਡ ਲਾਅ ਆਫ ਸੁਪਰੀਮ ਕੋਰਟ ਦੀ ਉਲੰਘਣਾ ਕੀਤੀ ਹੈ। ਇਹਨਾਂ ਨੂੰ ਨੋਟਿਸ ਗਿਆ ਕੰਟੈਂਪਟ ਦਾ ਕਿ ਤੁਸੀਂ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੇ। ਲੇਡੀ ਨੇ ਜਜਮੈਂਟਸ ਦੀਆਂ ਕਾਪੀਜ਼ ਇਹਨਾਂ ਨੂੰ ਰਜਿਸਟਰਡ ਪੋਸਟ ਨਾਲ ਭੇਜ ਕੇ ਕਿਹਾ ਕਿ ਆਹ ਲਾਅ ਹੈ, ਤੁਸੀਂ ਇਹਦੀ ਪਾਲਣਾ ਕਰੋ, ਤੁਸੀਂ ਨਹੀਂ ਕਰ ਰਹੇ। ਮਤਲਬ ਇਹਨਾਂ ਦਾ ਇਹ ਕਹਿਣਾ ਕੱਲ ਨੂੰ ਕਿ ਸਾਨੂੰ ਪਤਾ ਨਹੀਂ ਸੀ, ਅਸੀਂ ਪੁੱਛ ਨਹੀਂ ਸਕੇ, ਇਹ ਕਹਿ ਨਹੀਂ ਸਕਣਗੇ। ਇਹਨਾਂ ਕੋਲ ਕੋਈ ਡਿਫੈਂਸ ਨਹੀਂ ਹੋਣੀ। ਪਰ ਇਹਦੇ 'ਚ ਦੇਖੋ ਕੋਰਟ ਕੀ ਕਰਦੀ ਹੈ। ਆਈਦਰ ਕੋਰਟ ਡਾਇਰੈਕਸ਼ਨ ਦਊਗੀ ਕਿ ਰਜਿਸਟਰ ਕਰੋ ਇਹਨਾਂ ਤੇ, ਅਫਸਰਾਂ ਤੇ, ਜੇ ਨਹੀਂ ਕਰਨਗੇ, ਜੇ ਸਿਆਣੇ ਹੋਣਗੇ ਤਾਂ ਕੋਰਟ ਦੀ ਰਿਪੋਰਟ ਤੋਂ ਪਹਿਲਾਂ FIR ਕਰਕੇ ਕੋਰਟ 'ਚ ਭੇਜ ਦੇਣਗੇ, ਫਿਰ ਵੀ ਸਕੇਪ ਹੈ ਬਚਣ ਦਾ। ਨਹੀਂ ਤਾਂ ਅਦਰਵਾਈਜ਼ ਕੋਰਟ ਕੋਲ ਕੀ ਹੈ, ਕੋਰਟ ਨੂੰ ਪੈਰਾਮੀਟਰਸ ਦੇ ਵਿੱਚ ਕੰਮ ਕਰਨਾ ਪਊਗਾ, ਜਾਂ ਡਾਇਰੈਕਸ਼ਨ ਦੇਣੀ ਪਊ ਕੇਸ ਰਜਿਸਟਰ ਕਰਨ ਲਈ, ਜਾਂ ਕੰਪਲੇਂਟ ਰੀਡ ਕਰਕੇ ਆਪ ਇਨਕੁਆਇਰੀ ਕਰ ਲਓਗੇ, ਐਵੀਡੈਂਸ ਰਿਕਾਰਡ ਕਰਨਗੇ। ਮਤਲਬ ਹੁਣ ਸਥਿਤੀ ਇੱਥੇ ਪਹੁੰਚ ਗਈ ਹੈ, ਜਾਂ ਤਾਂ ਫਿਰ ਬੈਂਸ ਤੇ ਮਾਮਲਾ ਦਰਜ ਹੋਊ ਜਾਂ ਫਿਰ ਪੁਲਿਸ ਅਧਿਕਾਰੀਆਂ ਤੇ। ਹਾਂ, ਪੁਲਿਸ ਅਧਿਕਾਰੀਆਂ ਤੇ ਹੋਊਗਾ, ਬਚ ਨਹੀਂ ਸਕਦੇ ਪੁਲਿਸ ਵਾਲੇ। ਮਤਲਬ ਤੁਸੀਂ ਦੇਖੋ, ਤੁਸੀਂ ਲਾਅ ਦੀ ਉਲੰਘਣਾ ਤਾਂ ਕਰ ਲੈਂਦੇ ਹੋ, ਇਹਨੂੰ ਪਾਸ ਆਫ ਕਰ ਦਿੰਦੇ ਹੋ, ਪਰ ਅਲਟੀਮੇਟਲੀ ਜਦ ਕੋਰਟਸ ਦੇ ਡੋਮੇਨ 'ਚ ਆਉਣਾ ਹੈ, ਕਿਤੇ ਨਾ ਕਿਤੇ ਹਾਈ ਕੋਰਟ ਜਾਓ, ਸੁਪਰੀਮ ਕੋਰਟ ਜਾਓ,
ਇਹਦੇ ਬਹੁਤ ਸੰਗੀਨ ਇੰਪੈਕਟਸ ਆਉਣਗੇ ਬਾਈ ਆਰਡਰ ਆਫ ਦੀ ਕੋਰਟਸ। ਇਹ ਰਿਅਲਾਈਜ਼ ਨਹੀਂ ਕਰਦੇ ਪੁਲਿਸ ਵਾਲੇ। ਇਹ ਬਹੁਤ ਵੱਡੀ ਇੱਕ ਨਲਾਇਕੀ ਕਹੂੰਗਾ ਮੈਂ, ਜਾਂ ਇਹ ਕਹਿ ਲਓ ਕਿ ਇੰਨੀ ਜ਼ਿਆਦਾ ਕੰਪਲਿਸਿਟੀ ਕਰ ਰਹੇ ਆ, ਰਲੇ ਹੋਏ ਆ। ਮਤਲਬ ਇਹਨਾਂ ਨੂੰ ਰਲੇ ਹੋਣ ਦੀ ਤੁਸੀਂ ਗੱਲ ਕੀਤੀ ਹੈ, ਇਲਜ਼ਾਮ ਤਾਂ ਇਹ ਵੀ ਲੱਗ ਰਹੇ ਨੇ ਕਿ ਹੋ ਸਕਦਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ 2022 ਦੀਆਂ ਜਿਹੜੀਆਂ ਚੋਣਾਂ ਨੇ, ਤੁਸੀਂ ਪਹਿਲਾਂ ਕਹਿ ਚੁੱਕੇ ਆ ਕਿ ਸ਼ਾਇਦ ਕਾਂਗਰਸ ਦੇ ਨਾਲ ਰਲ ਕੇ ਬੈਂਸ ਬ੍ਰਦਰ ਲੜ ਸਕਦੀ ਹੈ, ਕਿ ਇਸੇ ਕਾਰਨ ਹੀ ਬਚਾਇਆ ਜਾ ਰਿਹਾ। ਹੋਰ ਤਾਂ ਕਾਰਨ ਹੀ ਕੋਈ ਨਹੀਂ, ਕਾਰਨ ਹੀ ਇਹ ਹੈ। ਔਰ ਸੱਚਾਈ ਵੀ ਹੈ ਇਹਦੇ ਵਿੱਚ। ਦੇਖੋ ਸੱਚਾਈ ਵੀ ਹੈ, ਕਾਰਨ ਵੀ ਹੈ। ਮਤਲਬ ਖਬਰਾਂ ਤਾਂ ਬਹੁਤ ਆਉਂਦੀਆਂ, ਪਰ ਮੈਂ ਗੈਰ ਜ਼ਿੰਮੇਦਾਰਾ ਤਰੀਕੇ ਨਾਲ ਉਹਨੂੰ ਬਿਆਨ ਨਹੀਂ ਕਰ ਸਕਦਾ। ਦੇਖੋ ਐਪਰੈਂਟ ਹੈ ਅਗਲੀ ਇਲੈਕਸ਼ਨ ਪੰਜਾਬ ਦੀ ਬੜੀ ਹਾਰਡ ਫਾਈਟ ਹੋਣੀ ਹੈ। ਇਹ ਕੋਈ ਬੰਦਾ ਕਲੈਰਿਟੀ ਨਾਲ ਨਹੀਂ ਕਹਿ ਸਕਦਾ ਕਿ ਕਿਸ ਕਰਵਟ ਊਂਠ ਨੇ ਬੈਠਣਾ ਆਉਣ ਵਾਲੇ ਸਮੇਂ ਦੇ ਵਿੱਚ। ਹਾਲੇ ਕਿਸਾਨ ਐਜੀਟੇਸ਼ਨ ਨੇ ਇੱਕ ਬਹੁਤ ਵੱਡਾ ਪਰਦਾ ਦੇ ਦਿੱਤਾ ਪੰਜਾਬ ਦੀ ਸਿਆਸਤ ਤੇ, ਜਿਹੜੀ ਸੈਂਟਰ ਸਟੇਜ ਤੇ ਨਹੀਂ ਆਉਂਦੀ, ਡਿਬੇਟ ਨਹੀਂ ਹੁੰਦੀ, ਡਿਸਕਸ਼ਨ ਨਹੀਂ ਹੁੰਦੀ, ਖੁੰਡ ਚਰਚਾ ਨਹੀਂ ਬਣਦੀ। ਪਰ ਜਦ ਆਣੀ ਹੈ ਬਣਨੀ ਹੈ। ਇਹ ਜਦ ਬਣਨੀ ਹੈ ਖੁੰਡ ਚਰਚਾ, ਬਹੁਤ ਹੈਵੀ ਐਂਟੀ ਇੰਕੰਬੈਂਸੀ ਕਾਂਗਰਸ ਨੂੰ ਫੇਸ ਕਰਨੀ ਪੈਣੀ ਹੈ, ਬਹੁਤ ਹੈਵੀ, ਐਂਡ ਉਹਦੇ ਇੰਪੈਕਟਸ ਵੀ ਆਣੇ ਹੈ। ਫਿਰ ਉਹਦੇ ਬਾਅਦ ਐਮਰਜ ਕਿਹਨੇ ਕਰਨਾ ਹੈ, ਉਹ ਪੋਲੀਟੀਕਲ ਪਾਰਟੀਜ਼ ਨੂੰ ਵੀ ਹਾਲੇ ਕਲੈਰਿਟੀ ਨਹੀਂ ਹੈ, ਕਿਉਂਕਿ ਲੋਕੀ ਕਿਸੇ ਹੋਰ ਪਾਸੇ ਆਕਰਸ਼ਿਤ ਹੈ, ਕਿਸਾਨ ਐਜੀਟੇਸ਼ਨ ਵੱਲ ਹੈ। ਇਕੱਲਾ ਨਹੀਂ ਹੈ ਕਿਸਾਨ ਹੀ ਆਕਰਸ਼ਿਤ ਹੈ, ਈਵਨ ਸ਼ਹਿਰੀ ਬੰਦੇ ਵੀ। ਤੁਸੀਂ ਦੇਖੋਗੇ ਉੱਥੇ ਕੋਈ ਵਰਗ ਨਹੀਂ ਹੈ ਜਿਹੜਾ ਵਰਗ ਕਿਸਾਨ ਦੀ ਮਦਦ ਕਰਨ ਲਈ ਨਾ ਪਹੁੰਚਿਆ ਹੋਵੇ। ਬਿਲਕੁਲ ਬਿਲਕੁਲ। ਸੋ ਇਸ ਹਾਲਾਤ ਦੇ ਵਿੱਚ ਲੱਗਦਾ ਹੈ ਕਿ ਅਗਲੀ ਇਲੈਕਸ਼ਨ ਦੇ ਵਿੱਚ ਹੰਗ ਆਵੇ, ਜਾਂ ਬੜੀ ਰੱਸਾਕਸ਼ੀ ਬਰਾਬਰ ਦੀ ਹੋ ਜਾਵੇ। ਉਹਦੇ ਵਿੱਚ ਫਿਰ ਦੋ ਬੰਦਿਆਂ ਦਾ ਰੋਲ ਬਹੁਤ ਹੋ ਜਾਵੇ। ਉਸ ਰੋਲ ਨੂੰ ਦੇਖ ਕੇ ਸਾਰਾ ਕੁਝ ਰੂਲਿੰਗ ਪਾਰਟੀ ਵੱਲੋਂ ਕੀਤਾ ਜਾਵੇ। ਵਿਰੋਧੀ ਪੋਲੀਟੀਕਲ ਪਾਰਟੀਆਂ ਨੂੰ ਤੁਸੀਂ ਸਰਕਾਰ ਦੀਆਂ ਫਿਰ ਕਿਵੇਂ ਦੇਖਦੇ ਹੋ? ਕਿਉਂਕਿ ਇੱਕ ਪਾਸੇ ਤਾਂ ਕਹਿੰਦੇ ਨੇ ਕਿ ਅਸੀਂ ਰਾਖੀ ਕਰਦੇ ਹਾਂ, ਸਰਕਾਰ ਜੇਕਰ ਧੱਕਾ ਕਰਦੀ ਹੈ ਤਾਂ ਅਸੀਂ ਲੋਕਾਂ ਨੂੰ ਇਨਸਾਫ ਦਿਵਾਉਣੇ ਲੜ ਕੇ। ਤਾਂ ਫਿਰ ਵਿਰੋਧੀ ਪਾਰਟੀਆਂ, ਹਾਲੇ ਕਿ ਅਕਾਲੀ ਦਲ ਨੇ ਤਾਂ ਕੁਝ ਹਿਲਜੁਲ ਕੀਤੀ, ਪਰ ਆਮ ਆਦਮੀ ਪਾਰਟੀ ਤਾਂ ਇਸ ਤੇ ਬਿਲਕੁਲ ਹੀ ਚੁੱਪੀ ਧਾਰੀ ਹੋਈ ਹੈ ਕਿ ਉਹ ਇਹ ਸੋਚ ਰਹੇ ਆ ਕਿ 2022 ਦੇ ਵਿੱਚ ਅਸੀਂ ਵੀ ਹੋ ਸਕਦਾ ਬੈਂਸਾਂ ਦਾ ਸਹਾਰਾ ਲੈ ਲਈਏ। ਨਹੀਂ, ਮੈਨੂੰ ਨਹੀਂ ਲੱਗਦਾ ਇਸ ਹੱਦ ਤੱਕ ਹੋਊਗੀ, ਪਰ ਮੈਨੂੰ ਇੱਕ ਬੜਾ ਹੈਰਾਨੀ ਹੋਇਆ। ਤੁਸੀਂ ਦੇਖੋ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਕੋਈ ਪੋਲੀਟੀਕਲ ਪਾਰਟੀ ਕੋਈ ਕਦੇ ਮੌਕਾ ਨਹੀਂ ਖੁੰਝਦੇ ਜਿਹਦੇ ਤੇ ਉਹ ਕਿਸੇ ਤੇ ਅਟੈਕ ਕਰ ਸਕਣ। ਐਂਡ ਜਿਹੜਾ ਇਹਨਾਂ ਦਾ ਰਵੱਈਆ ਰਿਹਾ, ਦੂਜੀ ਟਰਮ ਹੈ ਨਾ ਦੀ ਬੈਂਸ ਬ੍ਰਦਰਸ ਦੀ, ਇਹ ਬਹੁਤ ਜ਼ਿਆਦਾ ਜਾਤੀ ਹਮਲੇ ਕਰਦੇ ਹਰ ਇੱਕ ਤੇ। ਇੱਥੇ ਜੇ ਪੁਲਿਸ ਨੂੰ ਆਉਣਾ ਹੈ, ਇਹਨਾਂ ਨੂੰ ਦੱਲੇ ਕਹਿਣਾ, ਬਿਲਕੁਲ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਭੱਦੀ ਭਾਸ਼ਾ ਬੋਲ ਕੇ ਐਡਰੈਸ ਕਰਨਾ, ਉਹਨਾਂ ਦੇ ਅਗੇਂਸਟ ਬੜੇ ਇੱਕ ਅਜੀਬ ਕਿਸਮ ਦੇ ਇਲਜ਼ਾਮ ਲਗਾ ਕੇ। ਦੇਖੋ ਚੇਅਰ ਵੱਲ ਤੁਸੀਂ ਅਟੈਕ ਕਰ ਸਕਦੇ ਹੋ ਚੇਅਰ ਤੇ, ਪਰ ਚੀਫ ਮਿਨਿਸਟਰ ਪੂਰੇ ਪੰਜਾਬ ਦਾ, ਉਹ ਕਰਨ ਲੱਗੇ ਕੁਛ ਨਾ ਕੁਛ ਰਿਸਪੈਕਟ ਦਾ ਮਾਦਾ ਹੋਣਾ ਚਾਹੀਦਾ ਟੂ ਐਡਰੈਸ, ਜਿਹੜੀ ਇਹ ਮਿਸ ਕਰਦੇ ਰਹੇ ਹੈ। ਐਂਡ ਈਵਨ ਅਕਾਲੀ ਲੀਡਰਸ ਨੂੰ ਬੜਾ ਲੈਂਗੁਏਜ ਰਫ, ਰੂਡ, ਐਂਡ ਈਵਨ ਆਮ ਆਦਮੀ ਪਾਰਟੀ ਤੋਂ ਵੀ ਇਕੱਠੇ ਹੋਏ ਫਿਰ ਅਲੱਗ ਹੋਏ। ਕਦੇ ਇਹਨਾਂ ਨੇ ਧਰਮ ਨਹੀਂ ਨਿਭਾਇਆ ਜਿਹੜਾ ਉਹਨਾਂ ਨਾਲ ਨੈਸ਼ਨਲ ਇਲੈਕਸ਼ਨ ਲੜੇ ਹੈ। ਹਾਲੇ ਕਿ 2 ਐਤਕੀ ਇਲੈਕਸ਼ਨ ਆਮ ਆਦਮੀ ਪਾਰਟੀ ਕਰਕੇ ਜਿੱਤੀਆਂ, ਨਹੀਂ ਤਾਂ ਇਕੱਲੇ ਹੁੰਦੇ ਸ਼ਾਇਦ ਨਾ ਜਿੱਤਦੇ। ਤੇ ਫਿਰ ਵੀ ਕੋਈ ਨਹੀਂ ਬੋਲਦਾ। ਮੈਨੂੰ ਹੈਰਾਨੀ ਹੁੰਦੀ ਹੈ ਕਿ ਕਿਆ ਜਿੰਨੇ ਸਾਡੇ ਇਲੈਕਟਿਡ ਰਿਪਰੈਜ਼ੈਂਟੇਟਿਵ ਨੇ ਉਹ ਨਾਲੀ ਨੂੰ, ਸੜਕ ਨੂੰ, ਇਹਨਾਂ ਨੂੰ ਤਾਂ ਬੜੀ ਤਰਜੀਹ ਦਿੰਦੇ ਆ, ਉਹ ਲੋਕਾਂ ਦੀ ਲਿਬਰਟੀ ਨੂੰ ਨਹੀਂ ਦਿੰਦੇ। ਲੋਕਾਂ ਦਾ ਰਾਈਟ ਟੂ ਗੈਟ ਜਸਟਿਸ ਹੈ, ਇਹ ਫੰਡਾਮੈਂਟਲ ਹੈ। ਜੇ ਦੇਖੋ ਅੰਗਰੇਜ਼ ਦੇ ਸਮੇਂ ਵੀ ਕਾਨੂੰਨ ਸੀ, ਆਹੀ ਕਾਨੂੰਨ ਸੀ। ਅੰਗਰੇਜ਼ ਦੇ ਸਮੇਂ ਵੀ ਹਿੰਦੁਸਤਾਨ ਦੇ ਵਿੱਚ ਲੋਕਾਂ ਨੂੰ ਹੱਕ ਮਿਲਦੇ ਸੀ, ਪੁਲਿਸ ਤੱਕ ਜਾਣਾ ਹੈ ਜਾਂ ਹੋਰ ਉਹਨਾਂ ਅਦਾਲਤਾਂ ਵੀ ਇਸੇ ਤਰ੍ਹਾਂ ਸੀ। ਪਰ ਸਿਰਫ ਤੇ ਸਿਰਫ ਇੱਕ ਸਾਹ ਆਜ਼ਾਦੀ ਦਾ ਨਹੀਂ ਸੀ। ਇਹ ਸੀ ਕਿ ਸਾਡੇ ਉੱਤੇ ਹਾਕਮ ਅੰਗਰੇਜ਼ ਬੈਠਾ ਹੈ, ਸਾਡਾ ਆਪ ਹਾਕਮ ਨਹੀਂ ਹੈ। ਤੇ ਇਹ ਜਿਹੜੀ ਫੀਲਿੰਗ ਹੈ, ਇਹ ਫੀਲਿੰਗ ਇੰਨੀ ਸਟਰੋਂਗ ਹੈ, ਪਰ ਇਹਨਾਂ ਨੂੰ ਅਹਿਸਾਸ ਹੀ ਨਹੀਂ ਹੋਇਆ ਕਿ ਇੱਕ ਲੇਡੀ ਐਲੀਗੇਸ਼ਨ ਲਗਾ ਕੇ ਬੈਠੀ ਹੋਵੇ ਕਿ ਮੇਰੇ ਤੇ ਰੇਪ ਹੋਇਆ। ਅਜ਼ਿਊਮ ਕਰ ਲਓ ਸ਼ਾਇਦ ਉਹ ਝੂਠੀ ਹੋਵੇ, ਇਹ ਵੀ ਅਜ਼ਿਊਮ ਕਰ ਲੈਂਦੇ, ਪਰ 1% ਅਜ਼ਿਊਮ ਕਰੋ ਕਿ ਉਹ ਲੇਡੀ ਜੇ ਸੱਚੀ ਹੈ, ਤਾਂ ਤੁਸੀਂ ਉਹਦੇ ਨਾਲ ਜੋ ਦੁਰਕਤ ਕੀਤੀ ਜਾ ਰਹੀ ਹੈ, ਉਹ ਕਿਸੇ ਨੂੰ ਉਹਦੀ ਚੀਸ ਨਹੀਂ ਹੁੰਦੀ, ਕਿਸੇ ਨੂੰ ਮਹਿਸੂਸ ਨਹੀਂ ਹੁੰਦਾ ਕਿ ਇਹ ਪੰਜਾਬ ਦੀ ਇੱਕ ਧੀ ਹੈ। ਕਿਸੇ ਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਉਸ ਔਰਤ ਨੂੰ 1 ਮਹੀਨੇ ਦੀ ਬਾਹਰ ਬੈਠੀ ਹੈ, ਤੁਹਾਨੂੰ ਉਹਦੇ ਤੇ ਰਹਿਮ ਨਹੀਂ ਆਇਆ, ਤੁਹਾਨੂੰ ਇਹ ਖਿਆਲ ਨਹੀਂ ਆਇਆ ਕਿ ਉਸ ਔਰਤ ਨੂੰ ਜ਼ਲੀਲ ਕੀਤਾ ਜਾ ਰਿਹਾ, ਉਹਦੇ ਬਾਹਰ ਪੈਰਲਲ ਬੈਠ ਕੇ ਇਹ ਦੱਸਿਆ ਜਾ ਰਿਹਾ ਹੈ ਇਹ ਕਿਸੇ ਹੋਰ ਬੰਦੇ ਨਾਲ ਵੀ ਨਜਾਇਜ਼ ਸੰਬੰਧ ਸੀ, ਇਹ ਘਟੀਆ ਔਰਤ ਹੈ, ਉਹਦੇ ਤੇ ਹਮਲਾ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਲੇਡੀ ਖੁੱਲ੍ਹ ਕੇ ਬੋਲ ਕਿਉਂ ਨਹੀਂ ਸਕਦੀ, ਇਹ ਢੀਠ ਹੈ, ਬਾਹਰ ਤੁਰੀ ਫਿਰਦੀ ਹੈ, ਸਭ ਕਿਤੇ। ਇੰਨੇ ਜ਼ਿਆਦਾ ਅਸੀਂ ਨਿਰਦਈ ਹੋ ਗਏ
ਅਸੀਂ ਆਪਣੀ ਆਤਮਾ ਸਾਰਿਆਂ ਨੇ ਵੇਚ ਹੀ ਦਿੱਤੀ ਕਿ ਅਸੀਂ ਕਿਸੇ ਇੱਕ ਮਜਲੂਮ ਔਰਤ ਦਾ ਦਰਦ ਹੀ ਨਹੀਂ ਸਮਝ ਸਕਦੇ। ਬਿਲਕੁਲ। ਸੁਖਪਾਲ ਸਿੰਘ ਖਹਿਰਾ ਤੇ ਵੀ ਇਹ ਸਵਾਲ ਉੱਠਦੇ ਹਨ। ਨਵਰੀਤ ਸਿੰਘ ਡਿਬੜਵਾ ਜਿਹੜੇ ਮਰਿਆ ਸੀ ਉਹਦਾ ਵਿਧਾਨ ਸਭਾ ਦੇ ਵਿੱਚ ਮੁੱਦਾ ਚੱਕਿਆ, ਚੰਗੀ ਗੱਲ ਹੈ, ਚੁੱਕਣਾ ਵੀ ਚਾਹੀਦਾ ਸੀ, ਪਰ ਪੰਜਾਬ ਦੇ ਵਿੱਚ ਜਿਹੜੀ ਇੱਕ ਲੇਡੀ ਹੈ ਪਿਛਲੇ 4 ਮਹੀਨਿਆਂ ਤੋਂ ਰੇਪ ਦੇ ਇਲਜ਼ਾਮ ਲੈ ਕੇ ਬੈਠੀ ਹੈ, ਇਨਸਾਫ ਦੀ ਮੰਗ ਕਰੀ ਹੈ, ਉਹਦੇ ਲਈ ਸੁਖਪਾਲ ਸਿੰਘ ਖਹਿਰਾ ਤੋਂ ਸਵਾਲ ਨਹੀਂ ਪੁੱਛਿਆ ਗਿਆ। ਮੈਂ ਕੀਤੀ ਸੀ ਗੱਲ ਸੁਖਪਾਲ ਜੀ ਨਾਲ। ਦੇਖੋ, ਮੈਂ ਐਕਸਪੈਕਟ ਕਰਦਾ ਸੀ ਕਿ ਜਦ ਤੁਸੀਂ ਸੱਚ ਦੀ ਰਾਖੀ ਕਰਦੇ ਹੋ ਨਾ, ਫਿਰ ਤੁਸੀਂ ਆਪਣੇ ਲਿੰਕਸ ਤੇ ਇਮੋਸ਼ਨਸ ਭੁੱਲ ਕੇ ਰੱਖਦੇ ਹੋ। ਜੇ ਤੁਸੀਂ ਆਪਣੇ ਰਿਸ਼ਤੇ ਕਾਇਮ ਰੱਖੋਗੇ ਫਿਰ ਤੁਸੀਂ ਸੱਚ ਦੀ ਰਾਖੀ ਨਹੀਂ ਕਰ ਸਕਦੇ। ਸੁਖਪਾਲ ਖਹਿਰਾ ਜੀ ਦੇ ਮਨ ਤੇ ਭਾਰ ਹੈ ਕਿ ਕਦੇ ਨਾ ਕਦੇ ਇਕੱਠੇ ਰਹੇ, ਜਿਹੜੀ ਇਲੈਕਸ਼ਨਾਂ ਇਕੱਠੀਆਂ ਲੜੀਆਂ ਨੇ ਆਮ ਆਦਮੀ ਪਾਰਟੀ, ਸਿਰਫ ਇਸੇ ਕਰਕੇ ਮਦਦ ਨਹੀਂ ਕਰਦੇ, ਸਿਰਫ ਇਸੇ ਕਰਕੇ ਕਨਵਰ ਸੰਧੂ ਨੇ ਨਹੀਂ ਕੀਤੀ। ਪਰ ਮੈਂ ਸਮਝਦਾ ਹਾਂ ਸੁਖਪਾਲ ਖਹਿਰਾ ਜੀ ਬੜੀਆਂ ਗੱਲਾਂ ਦੇ ਵਿੱਚ ਸੰਜੀਦਗੀ ਦਿਖਾਉਂਦੇ ਆ, ਉਹ ਮੈਂ ਐਕਸਪੈਕਟ ਕਰਦਾ ਸੀ ਉਹਨੂੰ ਦਿਖਾਉਣੀ ਚਾਹੀਦੀ ਹੈ, ਪਰ ਇਹ ਕੁਝ ਇਹੋ ਜਿਹੀਆਂ ਗੱਲਾਂ ਤੇ ਉਹ ਝਿਜਕ ਗਏ। ਸੱਚ ਦੀ ਰਾਖੀ ਲਈ ਝਿਜਕਣਾ ਨਹੀਂ ਚਾਹੀਦਾ, ਚਾਹੇ ਤੁਹਾਡਾ ਸਖਾ ਭਰਾ ਹੋਵੇ। ਇਹ ਤਾਂ ਚਲੋ ਬਹੁਤ ਥੋੜੇ ਰਿਸ਼ਤੇ ਹੈ ਕਿ ਇਹ ਜੇ ਅਸੀਂ ਸੋਚਣ ਲੱਗ ਜਾਈਏ ਫਿਰ ਤਾਂ ਬ੍ਰਦਰ ਐਮਐਲਏ, ਫਿਰ ਤਾਂ ਐਮਐਲਏ ਦੇ ਖਿਲਾਫ ਕੋਈ ਬੋਲੇ ਹੀ ਨਾ। ਇਹ ਬੜਾ ਅਨਫੋਰਚੂਨੇਟ ਹੈ। ਇਹਨੂੰ ਆਈ ਐਕਸਪੈਕਟਡ ਨੋਟ, ਐਂਡ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ। ਮੈਨੂੰ ਇਕੱਲਾ ਦੁੱਖ ਨਹੀਂ ਕਿ ਮੈਂ ਕ੍ਰਿਟਿਸਾਈਜ਼ ਕਰਾਂ ਕਾਂਗਰਸ ਪਾਰਟੀ ਨੂੰ ਜਾਂ ਭਾਰਤ ਭੂਸ਼ਣ ਆਸ਼ੂ ਨੂੰ, ਮੈਨੂੰ ਅਕਾਲੀ ਦਲ ਤੇ ਵੀ ਦੁੱਖ ਹੋਇਆ। ਆਈ ਐਕਸਪੈਕਟਡ ਫਰੋਮ ਦੈਮ। ਮੈਂ ਆਪਣਾ ਹੱਕ ਸਮਝ ਕੇ ਕਿਹਾ ਕਿ ਇਹਨੂੰ ਚੱਕੋ, ਪਰ ਉਹ ਵੀ ਗੁਰੇਜ਼ ਕਰ ਗਏ। ਐਂਡ ਅਕਾਲੀ ਦਲ ਗੁਰੇਜ਼ ਕਿਉਂ ਕਰ ਗਿਆ? ਫਿਰ ਮੈਂ ਜਵਾਬ ਨਹੀਂ ਦੇ ਸਕਦਾ, ਉਹਨੇ ਜਵਾਬ ਤਾਂ ਉਹੀ ਦੇ ਸਕਦਾ। ਤੇ ਕਦੇ ਜੀ ਉੱਥੇ ਮਸਲੇ ਬਹੁਤ ਸੀ, ਰੌਲਾ ਬਹੁਤ ਪੈ ਗਿਆ ਜੀ, ਬਾਹਰ ਕੱਢਤਾ ਜੀ ਟਾਈਮ। ਮਤਲਬ ਵਾਅਦਾ ਕਰਕੇ ਗਏ ਸੀ ਵੀ ਚੁੱਕਾਂਗੇ, ਵਾਅਦਾ ਵੂਦਾ ਦੀ ਗੱਲ ਨਹੀਂ। ਮੈਂ ਹਰੇਕ ਨੂੰ ਕਿਹਾ ਚੱਕੋ ਚੱਕੋ ਚੱਕੋ, ਮੈਂ ਕਹਿੰਦਾ ਰਿਹਾ, ਬਿਕੋਜ਼ ਮੈਂ ਉਸ ਲੇਡੀ ਦੀ ਪੈਰਵੀ ਕਰਦਾ। ਮੈਂ ਫਿਰ ਅਕਾਲੀ ਦਲ ਤੋਂ ਬਿਯੋਂਡ ਆਮ ਆਦਮੀ ਪਾਰਟੀ ਦੇ ਵੀ ਬੜੇ ਲੈਜਿਸਲੇਟਰਸ ਨਾਲ ਗੱਲ ਕੀਤੀ, ਮੈਂ ਕਾਂਗਰਸ ਵਾਲਿਆਂ ਨਾਲ ਵੀ ਕੀਤੀ। ਮੈਂ ਕਿਹਾ ਕੋਈ ਤਾਂ ਉੱਠੂਗਾ, ਕੋਈ ਤਾਂ ਬੋਲੂਗਾ, ਪਰ ਪਤਾ ਨਹੀਂ ਕਿਉਂ ਸਾਰੇ ਕਿਸ ਗੱਲ ਦੀ ਗੁਰੇਜ਼ ਕਰ ਗਏ। ਇਹ ਹਮਲਾ ਬਹੁਤ ਕਰਦੇ ਆ, ਜਿਹੜਾ ਵੀ ਬੰਦਾ ਬੋਲਦਾ ਨਾ ਉਹਦੇ ਤੇ ਇਹ ਬੜੇ ਗਲਤ ਅਨਐਥੀਕਲ ਤਰੀਕੇ ਨਾਲ ਹਮਲਾ ਕਰਦੇ ਆ। ਜਿਵੇਂ ਕਿ ਇਹਨਾਂ ਨੇ ਬੀਬੀ ਮਾਨੂ ਕੋਈ ਆਈ, ਉਹਦੇ ਤੇ ਹਮਲਾ ਕੀਤਾ। ਉਹ ਕਹਿੰਦਾ ਜੀ ਜਾਲੀ ਡਿਗਰੀਆਂ ਦਿੰਦੀ ਸੀ, ਉਹ ਡਰ ਗਈ ਕਿ ਮੈਂ ਨਾ ਪੰਗਾ ਕੀ ਪਾਣਾ, ਇਹ ਮੈਨੂੰ ਬਦਨਾਮ ਕਰਦੇ। ਮੇਰੇ ਤੇ ਹਮਲਾ ਕੀਤਾ, ਮੇਰੇ ਤੇ ਰੇਪ ਦੀ ਐਲੀਗੇਸ਼ਨ ਲਾਤੀ, ਰੇਪ ਦਾ ਮੈਨੂੰ ਕਨਵਿਕਟ ਬਣਾਤਾ। ਮੈਨੂੰ ਇਹ ਵੀ ਕਹਿ ਦਿੱਤਾ ਕਿ ਮੈਂ ਇੱਕ ਵਕੀਲ ਦੀ ਘਰ ਵਾਲੀ ਨਾਲ ਮੇਰੇ ਨਜਾਇਜ਼ ਸੰਬੰਧ ਆ, ਉਹ ਵਕੀਲ ਖਾਲਾ ਸੀ। ਦੇਖੋ ਇਹੋ ਜਿਹੀਆਂ ਗੱਲਾਂ ਕਹਿ ਦੇਣੀਆਂ ਬਹੁਤ ਆਸਾਨ ਹੁੰਦੀਆਂ ਤੇ ਲੋਕ ਡਰ ਜਾਂਦੇ ਆ, ਲੋਕ ਬਦਨਾਮੀ ਤੋਂ ਡਰਦੇ ਆ। ਐਂਡ ਪਰਮਾਤਮਾ ਨੂੰ ਮੇਰੇ ਤੇ ਬਹੁਤ ਆਸ਼ੀਰਵਾਦ ਹੈ। ਮੈਂ ਚੌਗਨੀ ਡਿਟਰਮੀਨੇਸ਼ਨ ਮੇਰੀ ਹੋਊਗੀ, ਜਿੰਨੀ ਵਾਰ ਮੇਰੇ ਤੇ ਗੰਦ ਸੁੱਟਦੇ ਆ ਉਨਾ ਹੀ ਤਕੜਾ ਹੋ ਜਾਂਦਾ। ਮੈਂ ਇਹਨਾਂ ਤੇ ਡੈਫੇਮੇਸ਼ਨ ਦੀ 506 ਦੀ ਮੈਂ ਕੰਪਲੇਂਟ ਕਰ ਦਿੱਤੀ ਹੈ। ਮੈਨੂੰ ਇਹਨਾਂ ਨੇ ਇਹ ਇਸ਼ੂ ਚੱਕਿਆ ਸੀ 25/2 ਨੂੰ, ਮੈਂ ਵਿੱਚ ਛੁੱਟੀਆਂ ਸੀ। 1 ਮਾਰਚ ਨੂੰ ਮੈਂ ਕੰਪਲੇਂਟ ਕਰ ਦਿੱਤੀ ਸੀ ਤੇ ਪਰਸੋਂ ਮੈਂ ਸਾਰੀਆਂ ਗਵਾਹੀਆਂ ਕਰਕੇ ਬੰਦ ਕਰਤੀਆਂ। 31 ਤਰੀਕ ਨੂੰ ਬਹਿਸ ਲਈ, ਮੈਂ ਅੰਤ ਤੱਕ ਲੈ ਕੇ ਜਾਊਂ, ਮੈਂ ਹਟਦਾ ਨਹੀਂ। ਮੈਨੂੰ ਥ੍ਰੈਟ ਦਿੱਤਾ ਹੈ, ਮੈਨੂੰ ਆਰਮਸ ਅਸੀਂ ਘਰ ਰੱਖਦੇ, ਅਸਲਾ ਚੱਕ ਲਵਾਂਗੇ, ਮੈਨੂੰ ਸੁਨੇਹੇ ਭੇਜਦੇ ਆ ਕਈਆਂ ਤੋਂ ਕਿ ਉਹਨੂੰ ਕੀ ਬਚ ਕੇ ਰਵੇ ਬਹਿਸ। ਹਾਂ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਤੇ ਜੇ ਚਿੱਕੜ ਸੁੱਟਿਆ ਗਿਆ, ਤੁਸੀਂ ਉਹਦਾ ਡਟ ਕੇ ਸਾਹਮਣਾ ਕੀਤਾ, ਡੈਫਾਮੇਸ਼ਨ ਪਾਈਆਂ, ਕਿ ਬੈਂਸ ਨੂੰ ਵੀ ਇਦਾਂ ਕਰਨਾ ਚਾਹੀਦਾ? ਜੇ ਉਹਨਾਂ ਦੇ ਐਲੀਗੇਸ਼ਨ ਝੂਠੇ ਨੇ ਤਾਂ ਔਰਤ ਤੇ ਡੈਫਾਮੇਸ਼ਨ ਪਾ ਦੇਣੀ ਚਾਹੀਦੀ ਹੈ। ਜਿਹੜੇ ਲੋਕ ਉਹਨਾਂ ਦੀ ਸਪੋਰਟ ਕਰਦੇ ਆ ਫਿਰ ਉਹਨਾਂ ਦੇ ਪਾ ਦੇਣੀ ਚਾਹੀਦੀ ਹੈ। ਜੇ ਬੈਂਸ ਦੇ ਲੱਗੇ ਇਲਜ਼ਾਮ ਝੂਠੇ ਨੇ, ਕਰਨਾ ਚਾਹੀਦਾ। ਜੇ ਉਹ ਸਮਝਦਾ ਉਹਦੇ ਤੇ ਇਹ ਝੂਠੀ ਸ਼ਿਕਾਇਤ ਹੈ, ਵੀ ਸ਼ੁੱਡ ਗੋ ਫॉर ਇਟ। ਕਿਉਂ ਨਹੀਂ ਜਾਂਦਾ? ਦੇਖੋ, ਜਾਣਾ ਸੌਖ ਹੈ, ਨਿਭਾਉਣਾ ਔਖਾ ਹੈ। ਬੈਂਸ ਸਾਹਿਬ ਜੇ ਡੈਫੇਮੇਸ਼ਨ ਕੇਸ ਕਰਨਗੇ ਨਾ, ਇਹਨਾਂ ਤੇ 15 ਦਿਨ ਜਿਹੜਾ ਚੱਲੂਗੀ, ਇਹਨਾਂ ਤੇ ਬੜੇ ਸਵਾਲ ਪੁੱਛੇ ਜਾਣਗੇ। ਇਹ ਤੂਫਾਨ ਆਊਗਾ ਸਵਾਲਾਂ ਦਾ ਜਿਹੜਾ ਦੇ ਵਿੱਚ ਇਹਨਾਂ ਨੂੰ ਵੀ ਪਤਾ। ਲੋਕ ਪੁੱਛਣਗੇ ਤੁਹਾਡਾ 90 ਤੋਂ ਲੈ ਕੇ 2021 ਦਾ ਜ਼ਿੰਦਗੀ ਦਾ ਸਫ਼ਰ ਕਿੱਥੇ ਕਿੱਥੇ ਰਿਹਾ, ਕਿੱਥੋਂ ਆ ਕੇ 2 ਕਿੱਲਿਆਂ ਤੋਂ 12 ਕਿੱਲੇ 'ਚ ਤੁਸੀਂ ਕੋਠੀ ਬਣਾਈ। ਲੋਕ ਸਵਾਲ ਪੁੱਛਣਗੇ, ਬੜੇ ਪੁੱਛਣਗੇ। ਇਹ ਨਹੀਂ ਕਿ ਲੋਕੀ ਕਰ ਨਹੀਂ ਸਕਦੇ, ਬਟ ਫਿਨੋਮੀਨਲ ਗਰੋਥ ਹੈ ਨਾ ਜਿਹੜੀ, ਤਾਂ ਬਾਣੀ ਵੀ ਕਹਿੰਦੀ ਹੈ ਕਿ ਜਿਹੜੇ ਸੋਨੇ ਦੇ ਘਰ ਹੈ ਉਹ ਬਿਨ ਬੇਈਮਾਨੀ ਨਹੀਂ ਬਣਦੇ, ਗੁਰਬਾਣੀ 'ਚ ਲਿਖਿਆ। ਇਹ ਜਦ ਫਿਨੋਮੀਨਲ ਗਰੋਥ ਹੁੰਦੀ ਹੈ, ਫਿਨੋਮੀਨਲ ਗਰੋਥ ਦੇ ਵਿੱਚ ਕਿਤੇ ਨਾ ਕਿਤੇ ਕਪਬੋਰਡਸ ਦੇ ਵਿੱਚ ਸਕੈਲਟਨਸ ਹੁੰਦੇ ਆ। ਸੋ ਸਵਾਲ ਉੱਠਣਗੇ, ਪਰ ਤੁਹਾਡੀ ਗੱਲ ਸਹੀ ਹੈ, ਕਰਨਾ ਚਾਹੀਦਾ ਜਿਸ ਮੈਂ ਗੱਲ। ਹੁਣ ਕੀ ਲੱਗਦਾ ਹੈ ਢੰਡ ਸਾਹਿਬ, ਆਖਰੀ ਸਵਾਲ ਹੈ, ਕੀ ਲੱਗਦਾ ਕਿ ਕਿੰਨੇ ਕੁ ਦਿਨਾਂ ਤੱਕ ਇਹ ਮਾਮਲੇ ਦਾ ਜਿਹੜਾ ਫਾਈਨਲ ਰਿਜ਼ਲਟ ਆ ਜੂ? ਹਿੰਦੁਸਤਾਨ ਦੁਨੀਆ ਦੇ ਸਭ ਤੋਂ ਵੱਧ
10 ਭ੍ਰਿਸ਼ਟ ਮੁਲਕਾਂ 'ਚ ਇਹੀ ਵਜ੍ਹਾ ਕਿ ਲੋਕੀ ਧੱਕੇ ਖਾਂਦੇ ਆ। ਪਰ ਹਿੰਦੁਸਤਾਨ ਦੇ ਵਿੱਚ ਫੇਰ ਵੀ ਵਾਈਬਰੈਂਟ ਜੁਡੀਸ਼ਰੀ ਹੈ। ਉਹਦਾ ਇੰਪੈਕਟ ਸਲੋ ਹੈ, ਬਟ ਐਸੀ ਗੱਲ ਨਹੀਂ, ਕਾਨੂੰਨ ਆਪਣਾ ਰਸਤਾ ਤੈਅ ਕਰਕੇ ਪਹੁੰਚਦਾ ਹੈ ਜੇ ਕਾਨੂੰਨ ਮੰਗਣ ਵਾਲਾ ਦ੍ਰਿੜਤਾ ਦੇ ਨਾਲ ਲੱਗਿਆ ਰਹੇ। ਤੁਸੀਂ ਉਹ ਦੇਖੋ ਨਾ, ਇੱਕ ਉਹ ਯੂਪੀ ਦੇ ਗੈਂਗਸਟਰ ਤੇ ਕੇਸ, ਇੱਕ ਲੇਡੀ ਨੇ ਕਿਵੇਂ ਲੜਿਆ, ਬੱਚੇ ਦੀ ਮਾਂ ਨੇ ਸਜ਼ਾ ਕਰਾਈ ਨਾ, ਐਂਡ 'ਚ ਬਿਲਕੁਲ ਕਰਾਈ ਨਾ। ਪਰ ਜੇ ਉਹ ਵਿਲ ਤੋੜ ਦਿੰਦੀ ਫਿਰ ਵਿਕ ਜਾਣਾ ਸੀ। ਜੈਸਿਕਾ ਲਾਲ ਵਾਲੇ 'ਚ ਵੀ ਵਿਲ, ਲੋਕ ਦ੍ਰਿੜਤਾ ਨਾਲ ਲੱਗੇ ਤਾਂ ਹੋਇਆ। ਇਹ ਲੇਡੀ 'ਚ ਮੈਨੂੰ ਨਜ਼ਰ ਆਉਂਦਾ ਹੈ ਕਿ ਦ੍ਰਿੜ ਹੈ, ਇਹ ਇੰਨੀ ਡੈਮੇਜਡ ਐਂਡ ਹਾਰਮਡ ਹੈ ਕਿ ਇਹਦੇ 'ਚ ਨਾਰੀ ਸ਼ਕਤੀ ਜਾਗਦੀ ਹੈ। ਜਿਹੜੀ ਨਾਰੀ ਹੈ ਨਾ, ਨਾਰੀ ਕਮਜ਼ੋਰ ਜ਼ਰੂਰ ਹੈ, ਪਰ ਨਾਰੀ ਜਦ ਰਿਐਕਟ ਕਰਦੀ ਹੈ ਨਾ ਤਾਂ ਨਾਰੀ ਤੋਂ ਵਸਟ ਕੋਈ ਹੋਰ ਦੁਸ਼ਮਣ ਨਹੀਂ ਹੈ। ਅੱਜ ਉਹ 5000 ਦੇ ਮਕਾਨ ਵਾਲੀ ਨੇ 80 ਲੱਖ ਠੁਕਰਾਤਾ। ਉਹਨੂੰ ਮੌਤ ਦੀਆਂ ਖੌਫ ਨਹੀਂ ਹੈ, ਉਹਦਾ ਬੱਚਾ ਨਾਲ ਬੈਠਾ ਹੈ, ਉਹਦੀ ਬਿਜ਼ਨਸ ਤਬਾਹ ਹੈ। ਜਿਹੜੀ ਇਸ ਮੁੱਢ ਤੇ ਵੀ ਖੜੀ ਹੈ ਤਾਂ ਜਦੋਂ ਬੋਲਦੀ ਹੈ ਨਾ ਡਿਟਰਮੀਨੇਸ਼ਨ 'ਚ ਕਿ ਮੈਂ ਇਸ ਨੂੰ ਸਜ਼ਾ ਦਵਾ ਕੇ ਸਾਹ ਲਵਾਂਗੀ, ਇਹਨੇ ਜੋ ਦਾਗ ਮੇਰੇ ਤੇ ਲਾਇਆ ਮੈਂ ਇਹਨੂੰ ਅੰਤ ਤੱਕ ਲੈ ਕੇ ਜਾਊਂਗੀ, ਮੇਰਾ ਵਿਸ਼ਵਾਸ ਉਹ ਪਿੱਛੇ ਨਹੀਂ ਹਟੂਗੀ। ਪਰ ਉਹ ਜੇ ਪਿੱਛੇ ਨਹੀਂ ਹਟੂਗੀ ਤਾਂ ਡੈਫੀਨੇਟਲੀ ਇਹਨਾਂ ਨੂੰ ਵੀ ਭੁਗਤਣਾ ਪਊ। ਕਿੰਨੇ ਕੁ ਦਿਨਾਂ ਦੇ ਵਿੱਚ ਆ ਜਾਊਗਾ ਜਿਹੜਾ ਰਿਪੋਰਟ ਮੰਗੀ ਹੈ ਕੋਰਟ ਨੇ? ਇੰਨਾ ਸੌਖਾ ਆਪਣੇ ਮੁਲਕ 'ਚ ਨਹੀਂ। ਇਹ ਤਾਂ 19 ਤਰੀਕ ਲਈ ਮੰਗੀ ਹੈ, 19 ਨੂੰ ਡੇਟ ਮੰਗਣਗੇ, ਕੁਛ ਨਾ ਕੁਛ ਤਾਂ ਫਿਰ ਹਾਂ ਪੱਕਾ ਡੇਟ ਮੰਗਣਗੇ, ਦੇਣਗੇ ਨਹੀਂ 19 ਤੋਂ ਫਿਰ ਡੇਟ ਮੰਗਣਗੇ, ਫਿਰ ਇਹਨਾਂ 8-10 ਦਿਨ ਦੀ ਕੋਰਟ ਡੇਟ ਦੇਊਗੀ, ਕਿਉਂਕਿ ਮੰਗਣੀ ਹੈ ਤਾਂ ਕੋਰਟ ਨੇ ਦੇਣੀ ਹੈ। ਬਟ ਦੇਖੋ ਰਿਅਲਾਈਜ਼ੇਸ਼ਨ ਤਾਂ ਇਹਨਾਂ ਨੂੰ ਹੋਊਗੀ ਨਾ ਕਿ ਅਸੀਂ ਸਿਚੁਏਸ਼ਨ ਨੂੰ ਕਿੰਨੀ ਗੰਦਗੀ ਦੇ ਮੋੜ ਤੇ ਲੈ ਆਏ ਹਾਂ ਕਿ ਕੰਪਲੇਨੈਂਟ ਨੂੰ ਇਹ ਕਹਿਣਾ ਪਿਆ ਕਿ ਇਹਨਾਂ ਤੇ ਕੇਸ ਰਜਿਸਟਰ ਕਰੋ। ਸੋ ਅਦਾਲਤ ਤਾਂ ਹੁਣ ਇਹ ਤਾਂ ਕਾਨੂੰਨ ਨੂੰ ਔਖੇ ਹੌਲੀ ਕਰਦੇ ਆ, ਅਦਾਲਤ ਨਹੀਂ ਕਰ ਸਕੂਗੀ। ਅਦਾਲਤ ਜਿਹੜੀ ਹੈਗੀ ਦੇਖੋ ਉਹਨਾਂ ਦਾ ਫਿਊਚਰ ਹੈ ਜੱਜਸ ਦਾ, ਉਹਨਾਂ ਨੇ ਤੋਲਣਾ ਸਹੀ। ਇਹ ਗੱਲ ਹੋ ਸਕਦੀ ਹੈ ਕਿ ਉਹਨਾਂ ਦੇ ਤੋਲੇ 'ਚ ਏ ਵਾਲੇ ਪਾਸੇ ਗਿਰੇ ਜਾਂ ਬੀ ਵਾਲੇ ਪਾਸੇ ਗਿਰੇ, ਪਰ ਅਨਿਆਏ ਨਹੀਂ ਹੋ ਸਕਦਾ। ਕੋਰਟਸ ਹਿੰਦੁਸਤਾਨ ਦੀਆਂ ਦੇ ਵਿੱਚ ਕਿਤੇ ਨਾ ਕਿਤੇ ਜਿੱਥੇ ਬੈਲੈਂਸਡ ਹੁੰਦਾ ਹੈ ਉੱਥੇ ਕਿਤੇ ਹੋ ਸਕਦਾ ਹੈ ਸਾਨੂੰ ਮਹਿਸੂਸ ਹੋ ਜਾਂਦਾ ਕਿਤੇ ਗਲਤੀ ਹੋਵੇ, ਪਰ ਮੈਂ ਸਮਝਦਾ ਜਿੱਥੇ ਗਲੇਅਰਿੰਗ ਲਾਅ ਦੇ ਅਗੇਂਸਟ ਕੀਤਾ ਹੋਵੇ ਉੱਥੇ ਕੋਰਟਸ ਚੁੱਪ ਨਹੀਂ ਲੈਂਦੀਆਂ। ਬਿਲਕੁਲ। ਤਾਂ ਗੱਲਬਾਤ ਕਰਨ ਲਈ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਸਰ। ਤਾਂ ਸਨ ਐਡਵੋਕੇਟ ਹਰੀਸ਼ ਰਾਏ ਟਾਂਡਾ ਜੀ, ਜਿਨ੍ਹਾਂ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਗਏ ਸੀ ਔਰਤ ਦੇ ਵੱਲੋਂ ਬੈਂਸ ਦੇ ਉੱਪਰ, ਉਸ ਮਾਮਲੇ ਦੇ ਉੱਪਰ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਕਿ ਉਹਨਾਂ ਨੇ ਕਿਹਾ ਕਿ ਜਿਹੜੀ SIT ਬਣੀ ਸੀ ਉਹਨਾਂ ਨੇ ਕਾਰਵਾਈ ਨਹੀਂ ਸੀ ਕੀਤੀ। ਤਾਂ ਔਰਤ ਦੇ ਵੱਲੋਂ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਪਾਈ ਗਈ ਸੀ ਜਿਹਦੇ ਵਿੱਚ ਹੁਣ ਕੋਰਟ ਦੇ ਵੱਲੋਂ ਪੁਲਿਸ ਤੋਂ ਉਸ SIT ਤੋਂ ਰਿਪੋਰਟ ਮੰਗੀ ਗਈ ਹੈ ਕਿ ਤੁਸੀਂ ਕਿਉਂ ਨਹੀਂ ਇਸ ਤੇ ਐਕਸ਼ਨ ਕੀਤਾ। ਜੇਕਰ ਹੁਣ 19 ਤਰੀਕ ਦੇ ਵਿੱਚ ਜਿਹੜੀ ਐਪਲੀਕੇਸ਼ਨ ਦੇ ਇਹਦੇ ਵਿੱਚ ਜਿਹੜਾ ਜਵਾਬ ਦੇਣਾ ਹੈ ਪੁਲਿਸ ਨੇ, ਦੇਖਣ ਵਾਲੀ ਤਾਂ ਗੱਲ ਇਹ ਹੈ ਕਿ ਉਹਦੇ ਵਿੱਚ ਕੀ ਦਊਗੀ। ਤਾਂ ਫਿਰ ਇਹਦੇ ਵਿੱਚ ਇਹ ਵੀ ਇਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਜੇਕਰ ਦੋਸ਼ੀ ਪਾਏ ਜਾਂਦੇ ਨੇ ਪੁਲਿਸ ਵਾਲੇ, ਕੋਰਟ ਨੂੰ ਲੱਗਦਾ ਹੈ ਕਿ ਜਾਣਬੁੱਝ ਕੇ ਇਹਦੇ ਵਿੱਚ ਕੁਤਾਹੀ ਵਰਤੀ ਗਈ ਹੈ, ਜਾਣਬੁੱਝ ਕੇ ਇਹਦੇ ਵਿੱਚ ਜਿਹੜਾ ਹੈਗਾ ਪਰਚਾ ਦਰਜ ਨਹੀਂ ਕੀਤਾ ਗਿਆ, ਤਾਂ ਫਿਰ ਉਹਦੀ ਜਿਹੜੀ ਹੈ ਤਲਵਾਰ ਉਹ ਪੁਲਿਸ ਅਧਿਕਾਰੀਆਂ ਤੇ ਵੀ ਗਿਰ ਸਕਦੀ ਹੈ। ਪੁਲਿਸ ਅਧਿਕਾਰੀਆਂ ਤੇ ਵੀ ਲਗਾਤਾਰ ਜੇਕਰ ਇਸ ਤਰੀਕੇ ਦੇ ਇਲਜ਼ਾਮ ਲੱਗਦੇ ਰਹੇ ਤਾਂ ਕੋਰਟ ਹੋ ਸਕਦਾ ਹੈ ਕਿ ਉਹਨਾਂ ਦੇ ਖਿਲਾਫ ਵੀ ਜਿਹੜੀ ਹੈਗੀ ਆ ਪਰਚੇ ਦੇ ਆਰਡਰ ਕਰ ਦੇਵੇ। ਕੈਮਰਾਮੈਨ ਰਣਜੀਤ ਸਿੰਘ ਰਾਣਾ ਦੇ ਨਾਲ ਸੁਖਵਿੰਦਰ ਸਿੰਘ, ਰੋਜ਼ਾਨਾ ਲੋਕਨਾਟ TV, ਲੁਧਿਆਣਾ।